ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੀਸ ਭਾਉ ਕਰਮ ਕਰ ਜਮ ਸੀ ਕਰ ਪਾਗਠ ਦੀਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੂਹਿਆ ਬਿਰਲਾ ਬੂਝੈ ਕੋਈ ਰਹਾਉ ਹਾਣ ਹਟ ਕਰ ਆਰਜਾ ਸਚ ਨਾਮ ਕਰ ਵਥ ਸੁਰਤ ਸੂਚ ਕਰ ਪਾਂਡ ਸਾਲ ਤਿਸ ਵਿੱਚ ਤਿਸਨੋ ਰੱਖ ਵਣ ਜਾਰਿਆਂ ਸਿਉ ਬਣਜ ਕਰ ਲੈ ਲਾ ਮਨ ਹਸ ਸੁਣ ਸਾਸਤ ਸੌਦਾਗਰੀ ਸਤ ਕੂੜੀ ਲੈ ਚੱਲ ਖਰਚ ਵਨ ਚੰਗਿਆਈਆਂ ਮਤ ਮਨ ਜਾਣੈ ਕਲ ਨਿਰੰਕਾਰ ਕੈ ਦੀਸ ਜਾਹੈ ਤਾਂ ਸੁਖ ਲਹੈ ਮਹਲ ਲਾਈ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਵਨ ਵਧੀਆਂ ਕਰ ਤਾਵਣੀ ਤਾਂ ਕੂ ਆਖੈ ਧੰਨ ਲਾਈ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਵਨ ਵਧੀਆਂ ਕਰ ਥਾਵਣੀ ਤਾਂ ਕੂ ਆਖੈ ਧੰਨ ਨਾਨਕ ਵੀਖੈ ਨਦਰ ਕਰੁ ਚੜ੍ਹੈ ਚਵਗਣ ਵਨ ਨਾਨਕ ਵੀਖੈ ਨਦਰ ਕਰੁ ਚੜ੍ਹੈ ਚਵਗਣ ਵਨ ਪਰਮ ਸਨਮਾਨਯੋਗ ਜੁਗੂ ਜੁਗੀ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਦੇ ਅੰਦਰ ਵਿਰਾਜਮਾਨ ਸਾਹਿਬ ਦੀ ਸਾਜੀ ਨਿਵਾਡੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਭਾਗੀ ਹੋ। ਉਦਾਸੀ ਡੇਰਾ ਸੰਤਵਾ ਟਹਿਲਦਾਰੀ ਸਲੇਮ ਟਾਬਰੀ ਲੁਧਿਆਣਾ ਵਿਖੇ ਸਤਿਗੁਰ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਧੰਨ ਭਾਗੀ ਹੋ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਜਿਨ ਹਰ 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 ਨਾਮ ਨਾ ਸੇਵਿਆ ਸੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੈ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲੇਖਾਸ ਜਿਨ ਹਰ ਜਨ ਸਤ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਜਿਨ੍ਹਾਂ ਨੂੰ ਸਤਿਗੁਰ ਆਪਣੇ ਚਰਨਾਂ ਦੀ ਸੰਗਤ ਬਖਸ਼ ਦਿੰਦੇ ਨੇ ਉਹਨਾਂ ਨੂੰ ਸਾਹਿਬ ਨੇ ਧੁਰ ਤੋਂ ਮੁੱਢ ਤੋਂ ਇਹ ਸ਼ੁਭ ਲੇਖ ਲਿਖੇ ਨੇ। ਇਸ ਲਈ ਸਾਧ ਸੰਗਤ ਦੀ ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੀ ਤੀ ਪ੍ਰਧਾਨ ਨਿਭਾਵੈ ਪ੍ਰਭ ਮੱਥਾ ਹਰ ਜਸ ਲਿਖੈ ਬੇਅੰਤ ਸੋਹੈ ਸੀ ਹੱਥਾ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪੰਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਸਤਿਗੁਰ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਾਂ ਤਾਂ ਸਾਧ ਸੰਗਤ ਦੀ ਸਾਹਿਬ ਦੀ ਬਖਸ਼ਿਸ਼ ਸਦਕਾ ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਸੂਰਠ ਅੰਦਰ ਅਤੇ ਅੰਗ
595 ਤੇ ਸੁਭਾਈਮਾਨ ਹੈ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਚਨ ਹਨ। ਕਿਸ ਕਾਰਨ ਗ੍ਰਹਿ ਤਜਿ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸੰਸਾਰ ਦੇ ਉੱਤੋਂ ਅਗਿਆਨਤਾ ਦਾ ਅੰਧੇਰ ਚੁੱਕਣ ਵਾਸਤੇ, ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਚਨ, ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਹਨ। ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ। ਸੰਸਾਰ ਦੀ ਦੁਖੀ ਲੋਕਾਂ ਦੀ, ਜੀਵਾਂ ਦੀ ਪੁਕਾਰ ਸੁਣੀ ਹੈ ਨਿਰੰਕਾਰ ਨੇ ਤੇ ਸਾਹਿਬ ਗੁਰੂ ਨਾਨਕ ਜੀ ਨੂੰ ਭੇਜਿਆ ਹੈ। ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਤਿਗੁਰ ਨੇ ਆਪਣੇ ਚਰਨਾਂ ਤੋਂ ਸੰਸਾਰ ਨੂੰ ਤਾਰਦਿਆਂ ਹੋਇਆਂ ਚਰਨਾਮਤ ਦੀ ਕਰਕੇ ਪਰਮ ਪਿਤਾ ਪਰਮੇਸ਼ਰ ਚਰਨਾਂ ਦੇ ਨਾਲ ਜੋੜਿਆ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਇੱਕ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਤੋਂ ਜੋ ਸੰਸਾਰ ਮੁਨਕਰ ਸੀ, ਉਸ ਪਰਮ ਪਿਤਾ ਪਰਮੇਸ਼ਰ ਨੂੰ ਧਰਤੀ ਤੇ ਪ੍ਰਗਟ ਕਰ ਦਿੱਤਾ। ਚਾਰੇ ਪੈਰ ਧਰਮ ਦੇ, ਜਿਸ ਮਨੁੱਖਤਾ ਨੂੰ ਵਰਨ ਵੰਡ ਵਿੱਚ ਪਾ ਕੇ ਵੰਡੀਆਂ ਵਿੱਚ ਵੰਡਿਆ ਗਿਆ ਏ, ਉੱਥੇ ਪਾਤਸ਼ਾਹ ਨੇ ਬਚਨ ਆਖਿਆ ਏ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਚੌਂ ਵਰਨਾਂ ਨੂੰ ਇੱਕ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦਾ ਗਿਆਨ ਅਹਿਸਾਸ ਕਰਵਾਇਆ ਕਿ ਇੱਕ ਅਕਾਲ ਪੁਰਖ ਸਭਨੀ ਘਟੀ 100 ਵਸੀ ਸਹਿਬਨ ਘਟ ਨਾ ਕੋਈ। ਹਰ ਸਰੀਰ ਇੱਕ ਅਕਾਲ ਪੁਰਖ ਹੀ ਹੈ। ਇਸ ਲਈ ਚਾਰ ਪੈਰ ਧਰਮ ਦੀ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਰਾਣਾ ਰੰਕ ਬਰਾਬਰੀ, ਬਾਦਸ਼ਾਹ ਤੇ ਨੌਕਰ ਨੂੰ ਬਰਾਬਰ ਸੰਗਤ ਦੇ ਵਿੱਚ ਸਤਿਗੁਰਾਂ ਨੇ ਅਹਿਸਾਸ ਕਰਾਇਆ ਕਿ ਸਾਰੇ ਪਰਮੇਸ਼ਰ ਦੇ ਜੀਵ ਸਭ ਨੇ ਘਟੀ 100 ਵਸੇ। ਹਰ ਸਰੀਰ ਦੇ ਇੱਕ ਅਕਾਲ ਪੁਰਖ ਹੀ ਵਸਦਾ। ਇਸ ਲਈ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਸੰਸਾਰ ਨੂੰ ਨਿਰੰਕਾਰ ਦੀ ਚਰਨਾਂ ਵਿੱਚ ਜੋੜਦਿਆਂ ਹੋਇਆ ਉਲਟਾ ਖੇਲ ਭ੍ਰਮ ਕਾ, ਪੈਰਾਂ ਉੱਪਰ ਸੀਸ ਨਿਵਾਇਆ। ਉਲਟਾ ਖੇਲ ਕਿ ਸਿਰ ਉੱਚਾ ਹੀ, ਪੈਰ ਨੀਵੇਂ ਨੇ, ਪਰ ਸਿਰ ਪੈਰਾਂ ਤੇ ਝੁਕਦਾ ਹੈ। ਨਿਮਰਤਾ ਦਾ ਗੁਣ ਸਤਿਗੁਰਾਂ ਨੇ ਸਿਖਾਉਣਾ ਕੀਤਾ ਹੈ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲਯੁਗ ਦੇ ਅੰਦਰ ਸੰਸਾਰ ਨੂੰ ਤਾਰਨ ਲਈ ਸੱਚੇ ਨਾਮ ਦਾ ਮੰਤਰ ਪੜ੍ਹ ਕੇ ਸੰਸਾਰ ਨੂੰ ਸੁਣਾਉਣਾ ਕੀਤਾ ਹੈ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ, ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਚਨ ਕਹਿ ਦਿੱਤਾ, ਕਲਯੁਗ ਨੂੰ ਤਾਰਨ ਲਈ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਸਾਹਿਬ ਗੁਰੂ ਨਾਨਕ ਜੀ ਦੇ ਰੂਪ ਅੰਦਰ ਧਰਤੀ ਤੇ ਪ੍ਰਗਟ ਹੋਏ ਤੇ ਸੱਚੇ ਨਾਮ ਨੂੰ ਸਤਨਾਮ ਦਾ ਜਾਪ ਬਖਸ਼ ਕੇ ਸੰਸਾਰ ਨੂੰ ਨਿਰੰਕਾਰ ਦਾ ਅਹਿਸਾਸ ਕਰਾਇਆ ਹੈ ਕਿ ਸਭੈ ਘਟ ਰਾਮ ਬੋਲੇ। ਹਰ ਘਟ ਦੇ ਅੰਦਰ ਉਹ ਇੱਕ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਹੀ ਹੈ। ਤੇ ਸਾਧ ਸੰਗਤ ਜੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਏ ਸਾਧ ਸੰਗਤ ਸਿੱਧਾਂ ਦੇ ਨਾਲ ਜਦੋਂ ਮਿਲਾਪ ਹੁੰਦਾ ਏ ਤੇ ਸਿੱਧ ਪੁੱਛਦੇ ਨੇ, ਕਿਸ ਕਾਰਨ ਗ੍ਰਹਿ ਤਜਿ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਸ ਸਬਾਬੇ, ਕੀ ਕਾਰਨ ਹੈ ਤੁਸੀਂ ਘਰ ਤਿਆਗ ਦਿੱਤਾ ਹੈ ਤੇ ਵੈਰਾਗੀਆਂ ਵਾਲਾ ਵੇਸ਼ ਧਾਰਨ ਕਰ ਲਿਆ ਏ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਵਚਨ ਸਨ, ਗੁਰਮੁਖ ਖੂਡਤ ਭੈ ਉਦਾਸੀ, ਦਰਸ਼ਨ ਕੇ ਤਾਏ ਭੇਖ ਨਿਵਾਸੀ। ਕਹਿੰਦੇ
ਰੱਬੀ ਰੂਹਾਂ ਜਿਨ੍ਹਾਂ ਦੇ ਹਿਰਦੇ ਅੰਦਰ ਰੱਬ ਪ੍ਰਭੂ ਪਰਮੇਸ਼ਰ ਪਰਮ ਪਿਤਾ ਪਰਮਾਤਮਾ ਬਾਣੀ ਦੇ ਰੂਪ ਅੰਦਰ ਬੋਲਿਆ ਏ, ਪ੍ਰਗਟ ਹੋਇਆ, ਮੈਂ ਉਹਨਾਂ ਗੁਰਮੁਖਾਂ ਨੂੰ ਲੱਭਣ ਵਾਸਤੇ ਚੱਲਿਆ, ਉਹਨਾਂ ਦੇ ਦਰਸ਼ਨਾਂ ਲਈ ਚੱਲਿਆ, ਉਹਨਾਂ ਦੇ ਮਿਲਾਪ ਲਈ। ਦਰਸ਼ਨ ਕੇ ਤਾਈ ਭੇਖ ਨਿਵਾਸੀ, ਉਹਨਾਂ ਦੇ ਵਿੱਚੋਂ ਮੈਂ ਪਰਮ ਪਿਤਾ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ, ਪਰਮਾਤਮਾ ਦੇ ਦਰਸ਼ਨ ਕਰਨ ਲਈ ਗੁਰਮੁਖਾਂ ਨੂੰ ਢੂੰਡਣ ਲਈ ਲੈ ਚੱਲਿਆ। ਤੇ ਸਿੱਧ ਪੁੱਛਦੇ ਨੇ, ਲੱਖਾਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਜੁੜਦੀਆਂ ਨੇ, ਉਹਨਾਂ ਨੂੰ ਕਿਵੇਂ ਤਾਰੋਗੇ? ਕਿਸ ਵਖਰ ਕੇ ਤੁਮ ਬਣਜਾਰੇ, ਕਿਤ ਵਿਦ ਪਾਰ ਲੰਘਾਵੋ। ਕਿਸ ਵਖਰ ਕੇ ਤੁਮ ਬਣਜਾਰੇ, ਕਿਤ ਵਿਦ ਪਾਰ ਲੰਘਾਵੋ। ਕਿਸ ਵਸਤੂ ਦੇ ਤੁਸੀਂ ਵਪਾਰੀ ਹੋ, ਤੇ ਇਹ ਸੰਗਤਾਂ ਨੂੰ, ਲੱਖਾਂ ਸੰਗਤਾਂ ਨੂੰ ਤੁਸੀਂ ਕਿਵੇਂ ਪ੍ਰਭੂ ਚਰਨਾਂ ਦੇ ਵਿੱਚ ਜੋੜ ਦਿਓਗੇ, ਤਾਰ ਦਿਓਗੇ, ਜੀਵਨ ਮੁਕਤ ਕਰ ਦਿਓਗੇ, ਪਰਮ ਆਨੰਦ ਬਖਸ਼ ਦਿਓਗੇ। ਤੇ ਸਤਿਗੁਰੂ ਨੇ ਆ ਬਚਨ ਆਖਿਆ ਸੀ, ਸੱਚ ਵਖਰ ਕੇ ਹਮ ਬਣਜਾਰੇ, ਗੁਰਮੁਖ ਨਾਮ ਪਾਰ ਉਤਾਰੇ। ਸੱਚ ਵਖਰ ਦੀ, ਸੱਚ ਨਾਮ ਦੀ ਅਸੀਂ ਵਪਾਰੀ ਹਾਂ, ਅਸੀਂ ਸੱਚ ਦੇ ਵਪਾਰੀ ਹਾਂ। ਸੱਚੇ ਨਾਮ ਦਾ ਸਿਮਰਨ ਦੇ ਕਰਕੇ ਸਤਿਗੁਰੂ ਦੀ ਮਿਹਰ ਸਦਕਾ ਸਾਰੇ ਸੰਸਾਰ ਨੂੰ ਨਿਰੰਕਾਰ ਦੇ ਚਰਨਾਂ ਨਾਲ ਜੋੜ ਦਿਆਂਗੇ, ਤਾਰ ਦਿਆਂਗੇ। ਇਸ ਲਈ ਸਾਧ ਸੰਗਤ ਦੀ ਅੱਡ ਰਹਿਮਤਾਂ ਦੀ ਵਰਖਾ ਹੋਈ ਕਿ ਆਪਾਂ ਵੀ ਸਤਿਗੁਰੂ ਦੀ ਸੰਗਤ ਵਿੱਚ ਜੁੜ ਕਰਕੇ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਾਂ। ਅੱਜ ਦਾ ਪਾਵਨ ਸ਼ਬਦ ਸਾਧ ਸੰਗਤ ਜੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤੂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਦੋਂ ਜਗਤ ਜਲੰਦੇ ਨੂੰ ਤਾਰਦੇ ਹੋਏ ਦੇਸ਼ਾਂ ਦੇਸ਼ਾਂਤਰਾਂ ਦੇ ਅੰਦਰ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ, ਰੱਬੀ ਬਾਣੀ ਦਾ ਗਿਆਨ ਵੰਡਦੇ ਹੋਏ ਵਾਪਸ ਸਾਧ ਸੰਗਤ ਜੀ ਰਾਏ ਭੋਏ ਦੀ ਤਲਵੰਡੀ ਵਿਖੇ ਪੁੱਜੇ ਨੇ ਭਾਈ ਬਾਲਾ, ਜਿਨ੍ਹਾਂ ਦਾ ਪਿਤਾ ਜੀ ਸਤਿਕਾਰਯੋਗ ਚੰਦਰਭਾਨ ਜੀ, ਉਹਨਾਂ ਦੀ ਖੂਹ ਤੇ ਆ ਕੇ ਸਤਿਗੁਰਾਂ ਨੇ ਨਿਵਾਸ ਕੀਤਾ ਹੈ। ਤੇ ਸਾਧ ਸੰਗਤ ਜੀ, ਇੱਕ ਤੋਂ ਇੱਕ ਅੱਗੇ ਸੰਗਤਾਂ ਨੂੰ ਜਦੋਂ ਸਤਿਗੁਰਾਂ ਦਾ ਪਤਾ ਲੱਗਾ ਕਿ ਸਾਹਿਬ ਗੁਰੂ ਨਾਨਕ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਜੀ ਦੇ ਖੂਹ ਤੇ ਆ ਕੇ ਬਿਰਾਜਮਾਨ ਹੋਏ ਨੇ, ਤੇ ਸਾਧ ਸੰਗਤ ਜੀ ਸੰਗਤਾਂ ਸਤਿਗੁਰ ਦੇ ਚਰਨਾਂ ਵਿੱਚ ਪੁੱਜੀਆਂ ਨੇ। ਤੇ ਕਿਸੇ ਨੇ ਆ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਦੱਸਿਆ ਕਿ ਤੁਹਾਡੇ ਪੁੱਤਰ ਸਾਹਿਬ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਜੀ ਦੇ ਖੂਹ ਤੇ ਆ ਕੇ ਨਿਵਾਸ ਕੀਤਾ ਹੈ। ਅਨੇਕਾਂ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਦਰਸ਼ਨ ਕਰਕੇ ਪ੍ਰਸੰਨ ਹੋ ਰਹੀਆਂ ਨੇ। ਪਿਤਾ ਦਾ ਪਿਆਰ ਹੀ, ਪਿਓ ਦੇ ਨਾ ਪਿਆਰ ਤੁਲ, ਨਾ ਫੁੱਫੇ ਨਾ ਪਿਤੀਏ, ਤਾਏ ਪਿਤੀਏ ਜਾਏ। ਤੇ ਸਾਸੇ ਪਿਓ ਵਰਗਾ ਪਿਆਰ, ਪਿਓ ਦੀ ਮਮਤਾ ਹੀ। ਤੇ ਸਾਧ ਸੰਗਤ ਜੀ ਝੱਟ ਪੁੱਜ ਗਏ ਨੇ ਭਾਈ ਸਾਹਿਬ ਭਾਈ ਚੰਦਰਭਾਨ ਜੀ ਦੇ ਖੂਹ ਤੇ। ਜਦੋਂ ਪੁੱਜੇ ਨੇ, ਸੰਗਤਾਂ ਬੈਠੀਆਂ ਨੇ, ਤੇ ਸਾਹਿਬ ਨੇ ਜਾ ਕੇ ਦਰਸ਼ਨ ਕੀਤੇ ਨੇ, ਹਿਰਦੇ ਤੋਂ ਪ੍ਰਸੰਨ ਹੋਏ ਨੇ। ਸਾਧ ਸੰਗਤ ਜੀ, ਨਿਰੰਕਾਰ ਦਾ ਰੂਪ ਸਾਹਿਬ ਗੁਰੂ ਨਾਨਕ ਪਾਤਸ਼ਾਹ, ਸੁਖ ਸਾਂਦ ਪੁੱਛੀਏ। ਤੇ ਸਾਧ ਸੰਗਤ ਜੀ, ਸਤਿਗੁਰਾਂ ਦੀ ਸੰਗਤ ਕਰਨ ਤੋਂ ਉਪਰੰਤ ਮਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਕਿਉਂਕਿ ਪਿਤਾ ਦਾ ਪਿਆਰ ਹੀ, ਪਿਤਾ ਦੇ ਅੰਦਰ ਮਮਤਾ ਹੀ। ਤੇ ਸਾਧ ਸੰਗਤ ਜੀ ਬਚਨ ਕਰਦੇ ਨੇ, ਨਾਨਕ ਤੁਸੀਂ ਦੇਸ਼ਾਂ ਦੇਸ਼ਾਂਤਾਂ ਤੋਂ ਰਟਨ ਕਰਦੇ ਆਏ ਹੋ, ਅਸੀਂ ਚਾਹੁੰਦੇ ਹਾਂ ਤੁਸੀਂ ਇੱਥੇ ਹੀ ਰਹਿ ਕੇ ਖੇਤੀਬਾੜੀ ਦੇ ਕੰਮ ਵਿੱਚ ਖੇਤੀ ਕਰਿਆ ਕਰੋ, ਫਸਲ ਆਪਾਂ ਰਲ ਮਿਲ ਕੇ ਖੇਤੀ ਕਰਾਂਗੇ। ਤੁਸੀਂ ਕਿਰਪਾ ਕਰੋ, ਹੁਣ ਇੱਥੇ ਹੀ ਪਰਿਵਾਰ ਵਿੱਚ ਰਹਿ ਕੇ ਖੇਤੀ ਕਰਿਆ ਕਰੋ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਾਧ ਸੰਗਤ ਦੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਦਰਲੀ ਗੱਲ ਜਾਣਦੇ ਨੇ। ਤੇ ਬਹੁਤ ਹੀ ਸਤਿਕਾਰ ਦੇ ਨਾਲ ਪਿਤਾ ਸਤਿਕਾਰਯੋਗ ਸ਼੍ਰੀਮਾਨ ਮਹਿਤਾ ਕਾਲੂ ਜੀ, ਸਾਹਿਬ ਗੁਰੂ ਨਾਨਕ ਆਖਦੇ ਨੇ, ਪਿਤਾ ਜੀ ਅਸੀਂ ਤੇ ਪਹਿਲਾਂ ਹੀ ਖੇਤੀਆਂ ਕਰਦੇ ਹਾਂ, ਅਸੀਂ ਆਪਣੇ ਹਿਰਦੇ ਦੇ ਅੰਦਰ ਅੰਤਰੀਵ ਖੇਤੀਆਂ ਕਰਦੇ ਹਾਂ। ਤੁਸੀਂ ਵੀ ਪਿਤਾ ਜੀ
ਹਿਰਦੇ ਦੇ ਅੰਦਰ ਪ੍ਰਭੂ ਸਿਮਰਨ ਦੇ ਨਾਮ ਦਾ ਬੀਜ ਬੀਜ ਕੇ ਅੰਤਰੀਵ ਖੇਤੀ ਕਰਿਆ ਕਰੋ। ਤੇ ਸਾਸੰਗ ਪਿਤਾ ਹਿਰਦੇ ਅੰਦਰ ਬੈਰਾਗ ਪੈਦਾ ਹੋ ਗਿਆ ਕਿ ਉਹ ਕਿਹੜੀ ਖੇਤੀ ਹੈ ਜਿਹੜੀ ਸਾਡੇ ਪੁੱਤਰ ਕਰ ਰਹੇ ਨੇ, ਤੇ ਬੇਨਤੀ ਕਰਦੇ ਨੇ ਪੁੱਤਰ ਸਾਨੂੰ ਵੀ ਦੱਸੋ ਤੁਸੀਂ ਉਹ ਕਿਹੜੀ ਕਮਾਈ ਹੈ, ਉਹ ਕਿਹੜੀ ਫਸਲ ਹੈ, ਉਹ ਕਿਹੜੀ ਖੇਤੀ ਹੈ ਜਿਹੜੀ ਤੁਸੀਂ ਕਰਦੇ ਹੋ। ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਾਧ ਸੰਗਤ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਜੀ ਦਾ ਖੂਹ ਸਾਧ ਸੰਗਤ ਕਿਹੋ ਜਿਹੀ ਅਵਸਥਾ ਹੋਵੇਗੀ, ਹਰਿਆਵਲ ਖੇਤੀਬਾੜੀ, ਤੇ ਸਤਿਗੁਰਾਂ ਦੇ ਹਿਰਦੇ ਅੰਦਰੋਂ ਬੋਲ ਨਿਕਲੇ ਨੇ, ਮਨ ਹਾਲੇ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਪਾਓ ਕਰਮ ਕਰ ਜਮ ਸੇ ਕਰ ਪਾਗਠ ਦੇਖਾਂ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਡਗ ਮੂਹਿਆ, ਇਨ ਮਾਇਆ ਡਗ ਮੂਹਿਆ, ਬਿਰਲਾ ਬੂਝੈ ਕੋਇ ਰਾਉ। ਸਾਹਿਬ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਰਹਾਉ ਦੇ ਬਚਨਾਂ ਵਿੱਚ ਸਾਧ ਸੰਗਤ ਦੀ ਗੱਲ ਪ੍ਰਗਟ ਕਰ ਦਿੱਤੀ। ਇਹ ਸੰਸਾਰ ਦੀ ਵਡਿਆਈ, ਸੰਸਾਰ ਦੇ ਪਦਾਰਥਾਂ ਦੀ ਖਿੱਚ ਜਿਹੜੀ ਹੈ, ਪਰਿਵਾਰ ਦੀ ਖਿੱਚ ਹੈ, ਸੰਸਾਰ ਦੀ ਖਿੱਚ ਹੈ, ਕਰਤਾਰ ਦੀ ਖਿੱਚ ਚਾਹੀਦੀ ਹੈ, ਨਿਰੰਕਾਰ ਦਾ ਪਿਆਰ ਚਾਹੀਦਾ ਹੈ। ਇਸ ਲਈ ਇਨ ਮਾਇਆ ਜਗ ਮੋਹਿਆ, ਇਹ ਮਾਇਆ ਹੈ ਸੰਸਾਰ ਦੀ, ਧੀਆਂ ਪੁੱਤਰ ਪਰਿਵਾਰ, ਸੰਸਾਰ ਦੀ ਜੋ ਵੀ ਵਸਤੂ ਅਸੀਂ ਵਰਤਦੇ ਹਾਂ ਸਾਰੀ ਮਾਇਆ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਇਨ ਮਾਇਆ ਡਗ ਮੋਹਿਆ, ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹ ਲਿਆ ਈ, ਤੇ ਸੰਸਾਰ ਮੋਹ ਵਿੱਚ ਲੱਗ ਕੇ ਨਿਰੰਕਾਰ ਨੂੰ ਭੁੱਲ ਗਿਆ ਈ, ਕਰਤਾਰ ਨੂੰ ਭੁੱਲ ਗਿਆ। ਇਸ ਲਈ ਇਨ ਮਾਇਆ ਡਗ ਮੋਹਿਆ, ਬਿਰਲਾ ਬੂਝੈ ਕੋਇ, ਕੋਈ ਬਿਰਲੇ ਨੇ ਜਿਨ੍ਹਾਂ ਨੂੰ ਸਮਝ ਪੈ ਗਈ ਏ ਕਿ ਮਾਇਆ ਤੇ ਸੰਸਾਰ ਵਿੱਚ ਰਹਿ ਜਾਣੀ ਹੈ। ਕਿਉਂਕਿ ਪੁੱਤਰ ਕਲਤਰ ਲਛਮੀ ਮਾਇਆ, ਇਨ ਤੇ ਕਹੋ ਕਵਨ ਸੁਖ ਪਾਇਆ। ਪੁੱਤਰ ਕਲਤਰ ਇਸਤਰੀ, ਪੁੱਤਰ ਕਲਤਰ ਲਛਮੀ ਮਾਇਆ, ਜਿਹਨੂੰ ਅਸੀਂ ਸਾਧ ਸੰਗਤ ਦੀ ਗਿਣਦੇ ਨਹੀਂ ਥੱਕਦੇ। ਮਾਇਆ ਪਰਮੇਸ਼ਰ ਦੀ ਖੇਡ, ਪਰਮੇਸ਼ਰ ਦੀ ਬਖਸ਼ਿਸ਼, ਧੀਆਂ ਪੁੱਤਰ ਪਰਿਵਾਰ, ਇਹ ਸਾਰੀ ਮਾਇਆ ਹੈ। ਤੇ ਪਾਤਸ਼ਾਹ ਕਹਿੰਦੇ ਨੇ ਪੁੱਤਰ ਕਲਤਰ ਲਛਮੀ ਮਾਇਆ, ਇਨ ਤੇ ਕਹੋ ਕਵਨੇ ਸੁਖ, ਦੱਸੋ ਤਾਂ ਸਹੀ ਜ਼ਿੰਦਗੀ ਵਿੱਚ ਬਿਰਲੇ ਨੇ ਜਿਨ੍ਹਾਂ ਨੇ ਨਿਰੰਕਾਰ ਨੂੰ ਪ੍ਰਾਪਤ ਕੀਤਾ ਹੈ, ਨਹੀਂ ਤੇ ਸੰਸਾਰ ਦੇ ਅੰਦਰ ਨਿਰੰਕਾਰ ਭੁੱਲ ਜਾਂਦਾ ਹੈ। ਤੇ ਸਾਧ ਸੰਗਤ ਦੀ ਪਾਤਸ਼ਾਹ ਨੇ ਬਚਨ ਕਹਿ ਦਿੱਤਾ ਹੈ, ਇਸ ਮਨ ਨੂੰ ਬਣਾ ਕੇ ਹਾਲੀਏ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ, ਦੇਹੀ ਦੇ ਵਿੱਚ ਨਾਮ ਬੀਜ ਲੈ। ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ, ਮਨ ਨੂੰ ਹਾਲੀ ਬਣਾਉਣਾ ਹੈ। ਜਿਵੇਂ ਜ਼ਿਮੀਂਦਾਰ ਜ਼ਮੀਨ ਨੂੰ ਫਸਲ ਬੀਜਣ ਲਈ ਜਦੋਂ ਤਿਆਰ ਕਰਦਾ ਏ, ਵੱਤ ਤੇ ਆਈ ਹੋਈ ਜ਼ਮੀਨ ਨੂੰ ਪਹਿਲਾਂ ਹਲ ਵਾਹੁੰਦਾ ਏ। ਪਾਤਸ਼ਾਹ ਕਹਿੰਦੇ ਇਵੇਂ ਇਸ ਜਿਹੜਾ ਤਨ ਏ, ਇਹਨੂੰ ਧਰਤੀ ਬਣਾਉਣਾ ਏ, ਕਿਉਂਕਿ ਇਸ ਦੇ ਅੰਦਰ ਇਹ ਸਰੀਰ ਜਿਹੜਾ ਪੰਡਾਂ ਤੱਤਾਂ ਦਾ ਬਣਿਆ, ਇਹਦੇ ਅੰਦਰ ਇੱਕ ਤੱਤ ਧਰਤੀ ਏ। ਅਮਲ ਕਰ ਧਰਤੀ ਬੀਜ ਸ਼ਬਦੋ,
इस तन रूपी धरती के अंदर नाम का सिमरन का बीज बीना है। नाम बीज संतोख सुहागा, सबर का सुहागा देना, भाव सुभाव सहज अंदर सत्कार प्यार बराबरता निमरता मिठ बोलड़ा सुभाव कौड़ियां नूं खिमा कर देनी। ये बचन पातशाह कहते हैं नाम बीज संतोख सुहागा रख गरीबी वेस। जिहड़ी फसल बीजीए उन्होंने बचाउण वास्ते जिवें जिमींदार वाड़ करदा है ना कंडियां दी तारां दी, इवें बाहरों लिबास जिहड़ा है वो निमाणियां वाला गरीबां वाला धारण करना। रख गरीबी बेस इसलिए मन हाले किरसाणी करनी। मन हाली हो जाए तो तन रूपी धरती के अंदर जिमींदार फसल बीजदा है, किरसाणी करदा है। मन हाली किरसाणी करनी, मन हाली किरसाणी करनी शर्म पानी तन खेत। बुरियां कर्मां वालों बेकारां वालों अपने मन नूं मोड़ लेना, ये शर्म करनी है। मन हाली किरसाणी करनी शर्म पानी, शर्म का पानी भाव बेकारां तो भरमां तो शांकियां नूं मुक्त हो के बच के वो जल सिंचना है। इस सतगुर दी नाम की जिहड़ी फलवाड़ी नाम की जिहड़ी फसल बीजीए उन्हें शर्म का पानी देना है। बुरियां कामां वालों मन नूं मोड़ना है। शर्म पानी तन खेत, शरीर खेत है, मन हालीए ते नाम सिमरन का बीज है। कि सत्संग दी सबर का संतोखा है, सुहागा है। इस मन नूं पद्धरा रखना है, सफा साफ रखना है, विकारां तो बच के भरमां तो शांकियां तो कर्म कांडां तो बच के। इसलिए पातशाह कहते हैं नाम बीज संतोख सुहागा रख गरीबी वेस। अगे पातशाह बचन करते हैं भाऊ कर्म कर जम सी। भावना भाव प्रेम सहित शुभ कर्म करने ने, भैड़े कर्मां तो बच के शुभ कर्म कमाने ने। भैड़े कमां तो तौबा करनी है, सच्चे सुच्चे काम करने ने। मनुखता ते मनुखता की भलाई दे जिहड़े कर्म हो वो कर्म कमाने ने। भाऊ कर्म भावना की शरधा की प्रेम वाले कर्म कमाने ने। कर जम सी फिर पातशाह कहते हैं ऐसी नाम की फसल उगेगी। से कर भागठ देख जिन्हां दे फसल का झाड़ चौगना होवे ते माफ़ करना दिनां 'च कोठियां बन जांदियां, ट्रैक्टर नवें आ जाते हैं। इसलिए पातशाह कहते हैं फिर जिहड़ा तन रूपी घर आ ना भागां भरिया हो जाएगा, खिड़िया रहेगा। हिरदे नूं इस शरीर नूं सतगुर दे चरणां दी जिहनूं पातशाह धन गुरदास जी कहते हैं जप मुकंद मस्तक निशानੰ सेव मुकंद करे वैरागी सोई मुकंद दुर्बल तन लादी। फिर मस्तक दसदा है कि जिहड़ा जीव है ये अंदरों रज्जिया होया है, ये सतगुर दी मेहर दी किरत करके सच्ची सुच्ची किरत करके वंड के परमेश्वर का नाम जपदा है, आप छकदा है ते बाकी संसार नूं छकाउंदा है। जिवें हुण करोना महामारी फैली है, सतगुरां दा वो बख्शिया होया गुरमुख साधुआं दी गुरमुख खोजत भय उदासी जिहड़ी रब्बी रूहां परमेश्वर के चरणों में भेद हो चक्के जिन्हां दे हिरदे तो रब बाणी अंदर प्रगट होया सी, ऐसी रब्बी रूहां दे नाल सच्चा सौदा बाणी दा भंडार प्राप्त करके जिहड़ा 20 रुपए दा सतगुरां ने सच्चा सौदा कीता। उत्थे पातशाह ने वचन कह दिता सी से जन सच्चे सदा सदा जिनी हर रस पीता। वो परमेश्वर दे प्यारे सदीव काल सच्चे ने ते सच्चे रहणगे जिन्हां ने परमेश्वर दे चरणां विच सिमरन सदका अमृत रस पीता है, नाम दा रस पीता है, ज्ञान दा रस प्राप्त कीता है। से जन सच्चे सदा सदा जिनी हर रस पीता गुरमुख सच्चा मन वसे। अकाल पुरख परम पिता परमेश्वर सच्चा उन्हां दे मन विच वस गया। सच सौदा कीता ताइयों मैं उन्हां गुरमुखां दे नाल सच्चा सौदा कीता भाव बाणी दा खजाना प्राप्त किया। सब किश घर ही माही है बड़ भागी लीता है। तो सबना घटां अंदर परमेश्वर का खजाना बख्शिया होया पर प्राप्त बिरलिਆਂ ਨੂੰ ਹੁੰਦਾ है।
ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ। ਪਰਮੇਸ਼ਰ ਦੇ ਗੁਣ ਗਾਏ ਨੇ, ਹੁਣ ਕੋਈ ਬਾਹਰਲੀ ਭੁੱਖ ਰਹੀ ਨਹੀਂ ਹੈ। ਇਸ ਲਈ ਭੁੱਖ ਰਹੇ ਨਾ ਕਾਏ, ਕੋਈ ਭੁੱਖ ਨਹੀਂ। ਹੁਣ ਰੱਜਾਂ ਤ੍ਰਿਪਤ ਅਗਾਏ ਦੀ, ਹੁਣ ਰੱਜ ਗਏ ਹੈ ਪਰਮੇਸ਼ਰ ਦੀ ਅੰਮ੍ਰਿਤ ਰਸ ਸਦਕਾ, ਆਨੰਦ ਰਸ ਸਦਕਾ। ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ। ਸਭ ਕੁਛ ਘਰ ਹੀ ਮਾਹੀ ਹੈ ਵੱਡ ਭਾਗੀ ਲੀਤਾ। ਵੱਡੇ ਭਾਗਾਂ ਵਾਲੇ ਪ੍ਰਾਪਤ ਕਰਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਆਪੇ ਮੇਲ ਮਿਲਾਏ ਅਨੋ, ਮਿਲਾਉਣ ਵਾਲਾ ਤਾਂ ਪਰਮੇਸ਼ਰ ਆਪ ਹੈ, ਅਸੀਂ ਤਾਂ ਇੱਕ ਸਾਧਨ ਹਾਂ। ਆਪੇ ਮੇਲ ਮਿਲਾਏ ਅਨ ਆਪੇ ਦੇ ਬੁਝਾਏ। ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਆਪ ਸਮਝ ਬਖਸ਼ਦਾ। ਇਹ ਕਿੱਥੇ ਮੇਰੇ ਪਿਆਰੇ ਬੈਠੇ ਨੇ, ਕਿਹਨਾਂ ਕੋ ਖਜ਼ਾਨਾ ਹੈ ਬਾਣੀ ਦਾ, ਨਾਮ ਦਾ ਖਜ਼ਾਨਾ। ਬਾਬਾ ਸੱਚੇ ਪਾਤਸ਼ਾਹ ਬਲਿਹਾਰ ਹਾਂ, ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਬਲਿਹਾਰ ਹਾਂ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਹੀਂ, ਤੂੰ ਸੱਚਾ ਹੈ ਤੇ ਤੇਰਾ ਨਾਮ ਵੀ ਸੱਚਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਨਾਮ ਵੇ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੇ ਕਰ ਭਾਗੜ ਦੇਖ। ਬਾਬਾ ਮਾਇਆ ਸਾਥ ਨਾ ਹੋਏ। ਆਪਾਂ ਕਹਿੰਦੇ ਨੇ ਬਹੁਤ ਸਤਿਕਾਰ ਨਾਲ ਬਾਬਾ ਛੱਡੋ ਹੁਣ ਤੋਬਾ ਕਰੋ, ਤੇ ਪਾਤਸ਼ਾਹ ਕਹਿੰਦੇ ਬਾਬਾ ਮਾਇਆ ਸਾਥ ਨਾ ਹੋ। ਇਹ ਸੰਸਾਰ ਦੀ ਝੂਠੀ ਵਡਿਆਈ, ਸੰਸਾਰ ਦੇ ਪਦਾਰਥ ਕਦੀ ਸਾਥ ਨਹੀਂ ਦਿੰਦੇ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਇਹ ਮਾਇਆ ਨੇ ਜਗ ਨੂੰ ਮੋਹ ਲਿਆ ਏ। ਧੀਆਂ ਪੁੱਤਰਾਂ ਲਈ ਬੰਦਾ ਅਨੇਕਾਂ ਅਡੰਬਰ ਕਰਦਾ ਏ, ਪਰ ਜਦੋਂ ਕਿਤੇ ਪਰਚਾ ਪੈ ਜਾਂਦਾ ਏ ਫਿਰ ਪਛਤਾਉਂਦਾ ਏ, ਜਦੋਂ ਸਭ ਕੁਝ ਹੱਥੋਂ ਥੁੜਕ ਜਾਂਦਾ ਏ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੇ ਕੋਏ। ਇਸ ਮਾਇਆ ਦੇ ਹੱਥੋਂ, ਦੁਨੀਆ ਦੀ ਵਡਿਆਈ ਦੇ ਹੱਥੋਂ ਕੋਈ ਬਿਰਲਾ ਵਟਿਆ ਏ, ਨਹੀਂ ਤੇ ਦੁਨੀਆ ਦੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਵੇ। ਦੁਨੀਆ ਦੇ ਉੱਤੇ ਜੀਣਾ ਮੁਹਾਲ ਕਰ ਦਿੰਦੀ ਏ ਦੁਨੀਆ ਦੀ ਵਡਿਆਈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਹਾਣ ਹਾਨੀ, ਹਾਣ ਹਟ ਕਰ ਆਰਜਾ। ਜਿਹੜੀ ਉਮਰ ਆਪਾਂ ਨੂੰ ਗਿਣਤੀ ਦੇ ਸਵਾਸ ਮਿਲੇ ਆ ਨਾ, ਕਹਿੰਦੇ ਇਹਨਾਂ ਨੂੰ ਤੂੰ ਸਮਝ ਪਈ ਦਿਨ ਰਾਤ ਤੈਨੂੰ ਘਾਟਾ ਕਿੰਨਾ ਪੈ ਰਿਹਾ। ਹਾਣ ਹਟ, ਇਹ ਤਨ ਰੂਪੀ ਹੱਟ ਦੇ ਅੰਦਰ ਜਿਹੜਾ ਤੂੰ ਸਵਾਸਾਂ ਦੇ ਨਾਲ ਵਪਾਰ ਕਰਨਾ ਆ ਪਰਮੇਸ਼ਰ ਦੇ ਨਾਮ ਸਿਮਰਨ ਦਾ, ਤੇ ਜਦੋਂ ਤੂੰ ਸਿਮਰਨ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਜਿਹੜੀ ਬਿਨਾਂ ਸਿਮਰਨ ਤੋਂ, ਬਿਨਾਂ ਯਾਦ ਤੋਂ ਪਰਮੇਸ਼ਰ ਦੀ, ਜਿਨ੍ਹਾਂ ਬਿਨਾਂ ਵਿਸ਼ਵਾਸ ਤੋਂ ਸਮਾਂ ਲੰਘ ਜਾਂਦਾ ਏ। ਪਾਤਸ਼ਾਹ ਕਹਿੰਦੇ ਕਦੇ ਸੋਚਿਆ ਕਿੰਨਾ ਘਾਟਾ ਪਿਆ ਏ ਜ਼ਿੰਦਗੀ 'ਚ। ਇੱਕ ਦਿਨ ਦੇ ਅੰਦਰ 24,000 ਸਵਾਸ ਨੇ, ਕਿੰਨੇ ਸਵਾਸ ਬਿਰਥੇ ਚਲੇ ਜਾਂਦੇ ਨੇ, ਤੇ ਕਿੰਨਾ ਘਾਟਾ ਪਿਆ ਕਦੇ ਮਹਿਸੂਸ ਕੀਤਾ। ਹਾਣ ਹਟ ਕਰ ਆਰਜਾ, ਜਿਹੜੀ ਉਮਰਾ ਹਰ ਸਵਾਸ ਘਟਦਾ ਜਾ ਰਿਹਾ ਏ, ਕਹਿੰਦੀ ਇਹਨੂੰ ਸਮਝਿਆ ਕਰ ਕਿ ਅੱਜ ਇੰਨਾ ਘਾਟਾ ਪੈ ਗਿਆ, ਇੰਨੀ ਹਾਨੀ ਹੋ ਗਈ। ਆਏ ਤਾਂ ਵਪਾਰ ਕਰਨਾ ਪਰਮੇਸ਼ਰ ਦੇ ਨਾਮ ਸਿਮਰਨ, ਜਿਸ ਨੂੰ ਪਾਤਸ਼ਾਹ ਨੇ ਆਇਓ ਸੁਣਨ ਪੜਨ ਕੋ ਬਾਣੀ ਪ੍ਰਾਨੀ। ਆਇਓ ਹੈ, ਆਇਓ ਹੈ, ਸੁਣਨ ਪੜਨ ਕੋ ਬਾਣੀ ਪ੍ਰਾਣੀ। ਆਇਓ ਹੈ, ਆਇਆ ਤਾਂ ਅਸੀਂ ਬਾਣੀ ਸੁਣ ਤੇ ਪੜ੍ਹਨ ਲਈ, ਪਰ ਬਾਣੀ ਭੁੱਲ ਗਈ ਤੇ ਸਾਧ ਸੰਗਤ ਦੀ ਸੰਸਾਰ ਦੀ ਢਾਣੀ ਯਾਦ ਰਹਿ ਗਈ। ਇਸ ਲਈ ਅੱਜ ਆਪਾਂ ਸਾਰੇ ਦੇਖਦੇ ਹਾਂ ਸੰਸਾਰ ਦੇ ਕੀ ਹਾਲਾਤ ਨੇ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਾਥੂ। ਸੱਚੇ ਨਾਮ ਦੀ ਧਨ ਨੂੰ ਸੰਭਾਲਣਾ ਕਰ, ਸੱਚੇ ਨਾਮ ਦੀ ਰੂਪੀ ਵਸਤੂ ਨੂੰ ਸੰਭਾਲ ਕੇ ਰੱਖ। ਦੁਨੀਆ ਦੇ ਪਦਾਰਥ ਸੰਭਾਲਦਾ ਏ, ਪਰਮੇਸ਼ਰ ਦੇ ਨਾਮ ਸਿਮਰਨ ਦੇ ਖਜ਼ਾਨੇ ਨੂੰ ਸੰਭਾਲਣਾ ਕਰ। ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਸੱਚੇ ਨਾਮ ਦੀ, ਸੱਚੇ ਨਾਮ ਰੂਪੀ ਵਸਤੂ ਨੂੰ ਸੰਭਾਲਣਾ ਕਰ। ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਸੁਰਤ ਸੋਚ ਕਰ ਭਾਂਡ ਸਾਲ, ਜਿਵੇਂ ਬਰਤਨ ਟਿਕਾਉਣ ਨੂੰ ਆਪਾਂ ਘਰ ਦੇ ਅੰਦਰ ਪਹਿਲਾਂ ਸੈਲਫਾਂ ਹੁੰਦੀਆਂ ਸੀ, ਤੇ ਹੁਣ ਗੋਦਾਮ ਬਣਾ ਲਿਆ ਆਪਾਂ। ਪਾਤਸ਼ਾਹ ਕਹਿੰਦੇ ਨਾਮ ਰੂਪੀ ਖਜ਼ਾਨੇ ਨੂੰ ਸੁਰਤ ਸੋਚ, ਸਮਝ ਤੇ ਸਿਮਰਨ। ਸਮਝ ਕੀ ਸਿਮਰਨ ਦੇ ਅੰਦਰ ਕੀ ਆਨੰਦ ਆ, ਦੁਨੀਆ ਦੀ ਵਡਿਆਈ ਦੇ ਅੰਦਰ ਕੀ ਧੋਖਾ ਆ, ਕੀ ਘਾਟਾ।
ਸਮਝ ਸੋਚ ਸੁਰਤ ਸੋਚ ਕਰ ਭਾਂਡ ਸਾਲ। ਸਮਝ ਤੇ ਪਰਮੇਸ਼ਰ ਦੇ ਸਿਮਰਨ ਨੂੰ ਆਪਣੇ ਭਾਂਡਿਆਂ ਵਾਲੀ, ਜਿਵੇਂ ਸਾਧ ਸੰਗਤ ਦੀ ਭਾਂਡ ਸਾਲ ਟਿਕਾਣਾ ਹੁੰਦਾ ਏ, ਉਹਨੂੰ ਗੋਦਾਮ ਬਣੋ, ਉਹਦੇ ਵਿੱਚ ਸਿਮਰਨ ਦਾ ਖਜ਼ਾਨਾ ਜਮ੍ਹਾਂ ਕਰ। ਸੁਰਤ ਸੋਚ ਕਰ ਭਾਂਡ, ਆਪਣੀ ਸੁਰਤੀ ਪਰਮ ਪਿਤਾ ਪਰਮੇਸ਼ਰ ਦੇ ਨਾਲ, ਸਿਮਰਨ ਦੇ ਨਾਲ, ਸ਼ਬਦ ਦੇ ਨਾਲ ਲਾ ਕੇ ਨਾਮ ਦਾ ਧਨ ਇਕੱਠਾ ਕਰ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਜਿਵੇਂ ਭਾਂਡੇ ਲਈ ਗੋਦਾਮ ਹੁੰਦਾ ਇਹਨੇ ਜਗ੍ਹਾ ਬਣਾਈ, ਇਵੇਂ ਹਿਰਦੇ ਰੂਪੀ ਗੋਦਾਮ ਦੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਬਣ ਜਾ ਰਿਆਂ ਸਿਉ ਬਣ ਜੇ ਕਰ, ਬਣ ਜਾ ਰਿਆਂ ਸਿਉ ਬਣ ਜੇ ਕਰ। ਲੈ ਲਾ ਮਨ ਹਸੂ। ਕਹਿੰਦੇ ਜੀ ਪਰਮੇਸ਼ਰ ਦੇ ਨਾਮ ਦੇ ਵਪਾਰੀ ਆ, ਸਾਧੂ ਜਾਣਿਆ ਨਾ, ਉਹਨਾਂ ਦੀ ਸੰਗਤ ਕਰਿਆ ਕਰ। ਉਹਨਾਂ ਦੀ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਸਿਮਰਨ ਦਾ, ਬਾਣੀ ਦਾ, ਗਿਆਨ ਦਾ ਧਨ ਇਕੱਠਾ ਕਰਿਆ ਕਰ। ਬਣ ਜਾ ਰਿਆਂ ਸਿਉ ਬਣ ਜੇ ਕਰ, ਲੈ ਲਾ ਮਨ ਹਸੂ। ਫਿਰ ਤੈਨੂੰ ਕਹਿੰਦੇ ਪਾਤਸ਼ਾਹ ਕਹਿੰਦੇ ਜਦੋਂ ਉਹ ਧਨ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚੋਂ, ਸਾਧੂ ਸੰਤਾਂ ਦੀ ਸੰਗਤ ਵਿੱਚੋਂ ਤੈਨੂੰ ਪਰਮੇਸ਼ਰ ਦੇ ਨਾਮ ਨਿਮਰਤਾ ਪਤਾ ਲੱਗੇਗੀ ਕਿ ਇਹ ਨਿਮਰਤਾ ਹੁੰਦੀ ਹੈ, ਕੀ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕਰਕੇ ਕਿਵੇਂ ਸਤਿਕਾਰ ਕਰਨਾ ਹੈ ਮਾਤਾ ਪਿਤਾ ਦਾ, ਕਿਵੇਂ ਵਿਦਿਆ ਗੁਰੂ ਦੇ ਚਰਨਾਂ ਵਿੱਚੋਂ ਗਿਆਨ ਲੈਣਾ ਹੈ, ਕਿਵੇਂ ਕਿਰਤ ਗੁਰੂ ਦੇ ਚਰਨਾਂ ਵਿੱਚੋਂ ਗਿਆਨ ਲੈਣਾ ਹੈ, ਕਿਵੇਂ ਸੰਸਾਰ ਦੇ ਅੰਦਰ, ਪਰਿਵਾਰ ਦੇ ਅੰਦਰ, ਸਮਾਜ ਦੇ ਅੰਦਰ, ਦੇਸ਼ ਦੇ ਅੰਦਰ ਕਿਵੇਂ ਆਪਣਾ ਬਣਦਾ ਯੋਗਦਾਨ ਕਰਨਾ। ਇਹ ਸਤਿਗੁਰੂ ਦੀ ਮਿਹਰ ਸਦਕਾ। ਇਸ ਲਈ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਬਣ ਜਾ ਰਿਆਂ ਸਿਉ ਬਣ ਜੇ ਕਰ। ਜਿਹੜੇ ਨਾਮ ਦੇ ਵਪਾਰੀ ਹੈ ਨਾ ਸਿਮਰਨ ਦੀ, ਉਹਨਾਂ ਸਤਿਆਰ ਸਾਧੂਆਂ ਦੀ ਸੰਗਤ ਕਰਿਆ ਕਰ। ਬਣ ਜਾ ਰਿਆਂ ਸਿਉ ਬਣ ਜੇ ਕਰ। ਲੈ ਲਾਹਾ ਮਨ ਹਸੂ। ਕਹਿੰਦੇ ਲਾਹਾ ਲੈ ਲਾ। ਤੇ ਜਦੋਂ ਤੈਨੂੰ ਕਹਿੰਦੇ ਉਹ ਤੇਰੇ ਕੋਲ ਆ ਗਿਆ ਨਾ, ਉਹ ਗੁਣ ਆ ਗਏ, ਸਤ ਸੰਤੋਖ ਧਰਮ ਧੀਰਜ ਵੈਰਾਗ, ਇਹ ਤੈਨੂੰ ਆਪਣੇ ਆਪੇ ਖੁਸ਼ੀ ਮਹਿਸੂਸ ਹੋਣੀ, ਆਨੰਦ ਆਉਣਾ, ਜੀਵਨ ਸਫਲ ਹੋ ਜਾਣਾ। ਲੈ ਲਾਹਾ ਮਨ ਹਸ। ਤੇ ਪਾਤਸ਼ਾਹ ਬਚਨ ਕਰਦੇ ਨੇ, ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ। ਰੱਬੀ ਬਾਣੀ ਦੀ ਜਿਹੜੀ ਸ਼ਾਸਤਰ ਆ, ਗ੍ਰੰਥ ਆ, ਧਾਰਮਿਕ, ਸਤਿਗੁਰ ਦੀ ਰਹਿਮਤ ਸਦਕਾ ਸੁਰਤ ਸੁਣ ਸਾਸਤ ਸੌਦਾਗਰੀ, ਪਰਮੇਸ਼ਰ ਦੀ ਬਖਸ਼ਿਸ਼, ਰੱਬੀ ਬੋਲ ਜਿਹੜੇ ਧਾਰਮਿਕ ਗ੍ਰੰਥ ਆ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਧਿਆਨ ਨਾਲ ਸੁਣਿਆ ਕਰ ਤੇ ਸਮਝਿਆ ਕਰ। ਇਹ ਪਰਮੇਸ਼ਰ ਦੇ ਨਾਮ ਨੂੰ ਸੁਣਨ ਲਈ ਤੇ ਜਪਣ ਲਈ ਇਹ ਵਪਾਰ ਕਰਿਆ ਕਰ। ਸੱਤ ਘੋੜੇ ਲੈ ਚੱਲ। ਸੱਚਾ ਸੁੱਚਾ ਵਿਵਹਾਰ ਰੱਖਣਾ ਜ਼ਿੰਦਗੀ ਦੇ ਅੰਦਰ, ਕਦੇ ਝੂਠ ਵੱਲ ਨਹੀਂ ਜਾਣਾ, ਵਿਕਾਰਾਂ ਵੱਲ ਨਹੀਂ ਜਾਣਾ, ਭਰਮਾਂ ਵਿੱਚ ਨਹੀਂ ਪੈਣਾ, ਕਰਮ ਕਾਂਡਾਂ ਵਿੱਚ ਨਹੀਂ ਪੈਣਾ, ਸ਼ਾਂਕਿਆਂ ਵਿੱਚ ਨਹੀਂ ਪੈਣਾ। ਸੱਤ ਘੋੜੇ ਸੱਚ ਦਾ, ਸੱਤ ਦੇ ਘੋੜੇ ਲੈ ਕੇ ਜਾਣੇ, ਸੱਚ ਪਾਵ, ਹਰ ਜਗ੍ਹਾ ਸੱਚ ਤੇ ਚੱਲਣਾ। ਸੱਤ ਘੋੜੇ ਲੈ ਚੱਲ, ਖਰਚ ਮਨ ਚੰਗਿਆਈਆਂ, ਨੇਕੀਆਂ ਕਮਾਉਣਾ, ਚੰਗਿਆਈਆਂ ਰੂਪੀ ਖਰਚ ਪੱਲੇ ਬੰਨ੍ਹਣਾ। ਖਰਚ ਮਨ ਚੰਗਿਆਈਆਂ, ਮਤ ਮਨ ਜਾਣੇ ਕੱਲ। ਐ ਮਨਾ ਮਤ ਸਮਝ ਕਰਕੇ ਕੱਲ ਕਰਾਂਗੇ, ਤੇ ਕੱਲ ਦਾ ਕਿਸੇ ਨੂੰ ਵਿਸ਼ਵਾਸ। ਇਸ ਲਈ ਕਬੀਰ ਕੱਲ ਕਰਾਂਤਾ ਅਬ ਕਰ, ਅਬ ਕਰਤਾ ਸੋਏ ਤਾਲ। ਪਾਛੇ ਕਛੂ ਨਾ ਹੋਏਗੂ, ਜਬ ਸਰ ਪਰ ਆਵੈ ਕਾਲ। ਪਾਛੇ ਕਛੂ ਨਾ ਹੋਏਗੂ, ਜਬ ਸਰ ਪਰ ਆਵੈ। ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਜਾਪੈ ਸਾ ਆਵੈ ਕਿ ਨਾ ਆਵੈ ਰਾਮ। ਇਸ ਲਈ ਖਰਚ ਮਨ ਚੰਗਿਆਈਆਂ, ਚੰਗੇ ਕਰਮ, ਨੇਕੀਆਂ ਕਮਾਉਣੀਆਂ, ਨੇਕੀਆਂ ਰੂਪੀ ਖਰਚ ਪੱਲੇ ਬੰਨ੍ਹ ਲੈ। ਖਰਚ ਮਨ ਚੰਗਿਆਈਆਂ, ਮਤ ਮਨ ਜਾਣੇ ਕੱਲ। ਐ ਮਨਾ ਮਤਾ ਸਮਝੀ ਕਿ ਕੱਲ ਕਰਾਂਗੇ, ਕੱਲ ਕਿਨੇ ਦੇਖਿਆ, ਕੱਲ ਤੇ ਨਾਮ ਕਾਲ ਦਾ। ਇਸ ਲਈ ਜਦੋਂ ਜਾਗੀ ਉਦੋਂ ਹੀ ਸਵੇਰਾ। ਇਸ ਲਈ ਜੇ ਬੇਲਾ ਵਕਤ ਵਿਚਾਰੀਏ, ਤਾਂ ਕਿਤ ਬੇਲਾ ਭਗਤ ਹੋਏ। ਜੇ ਸਮਾਂ ਹੀ ਵਿਚਾਰਦੇ ਰਹੇ ਕਿਹੜੇ ਵੇਲੇ ਭਗਤ। ਇਸ ਲਈ ਪਾਤਸ਼ਾਹ ਕਹਿੰਦੇ ਬੇਲਾ ਕੋਈ ਵੀ ਹੋਵੇ, ਜਦੋਂ ਮਰਜੀ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਨੂੰ ਯਾਦ ਕਰੀਏ। ਇਸ ਲਈ ਪਾਤਸ਼ਾਹ ਕਹਿੰਦੇ ਜਿੱਥੇ ਹਰ ਆਰਾਧੀ, ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ। ਹਰੀ ਪਰਮੇਸ਼ਰ ਨੂੰ ਜਿੱਥੇ ਵੀ ਜਦੋਂ ਵੀ ਮਰਜੀ ਯਾਦ ਕਰੀਏ, ਉੱਥੇ ਹਰ ਵੇਲੇ ਹਾਜ਼ਰ ਹੋ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ
ਸੁਣ ਸਤ ਸਾਸਤ ਸੌਦਾਗਰੀ ਸਤ ਘੂੜੀ ਲੈ ਚੱਲ ਖਰਚ ਮਨ ਚੰਗਿਆਈਆਂ ਮਤ ਮਨ ਜਾਣੈ ਕੱਲ। ਅੱਗੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਕੈ ਦੇਸ ਜਾਹੈ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੈ ਮਹਲ। ਕਹਿੰਦੇ ਫੇਰ ਤੈਨੂੰ ਸੱਚਖੰਡ ਦੇ ਦਰਵਾਜ਼ੇ ਤੇ ਕਹਿਣਾ ਨਹੀਂ ਪੈਣਾ। ਫਿਰ ਤਾਂ ਜਿਹਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੂ ਨਹੀਂ ਤੇ ਠਾਉ। ਫਿਰ ਤਾਂ ਪਾਤਸ਼ਾਹ ਆਪ ਹੀ ਕਹਿੰਦੇ ਨੇ ਅਬ ਮੋ ਖੂਬ ਬਤਨ ਗਏ ਪਾਏ ਉਹਾਂ ਖੈਰ ਸਦਾ ਮੇਰੇ ਪਾਏ। ਅਬ ਮੋ ਖੂਬ ਵਤਨ ਗਏ ਪਾਏ ਉਹਾਂ ਖੈਰ ਸਦਾ ਮੇਰੇ ਪਾਈ। ਤੇ ਸਾਹਿਬ ਗੁਰੂ ਨਾਨਕ ਬਚਨ ਕਰਦੇ ਨੇ ਪਾਤਸ਼ਾਹ ਕਹਿੰਦੇ ਨਿਰੰਕਾਰ ਕੈ ਦੇਸ ਜਾਏ। ਨਿਰੰਕਾਰ ਦੇ ਦੇਸ਼ ਬੇਗਮਪੁਰੇ ਦੇ ਅੰਦਰ ਤਿੰਨ ਫੇਰ ਸਾਧ ਸੰਗਤ ਪਰਮੇਸ਼ਰ ਨੇ ਆਸਣ ਦੇ ਦੇਣਾ, ਨਿਵਾਸ ਦੇ ਦੇਣਾ। ਤਾਂ ਸੁਖ ਲਹੈ ਮਹਲ। ਵੀ ਉਹ ਜਿਹੜਾ ਆਰਾਮ ਆ, ਉਹ ਜਿਹੜਾ ਆਨੰਦ ਆ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਤੈਨੂੰ ਪਤਾ ਲੱਗਣਾ ਹੈ ਜ਼ਿੰਦਗੀ ਦੀ ਮਿਹਨਤ ਕਮਾਈ ਦਾ ਕੀ ਫਲ ਹੁੰਦਾ। ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੈ ਮਹਲ ਲਾਏ ਚਿੱਤ ਕਰ ਚਾਕਰੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਜੇ ਨੌਕਰੀ ਕਰਨੀ, ਗੁਲਾਮੀ ਕਰਨੀ ਤਾਂ ਰੱਬ ਦੀ ਕਰਿਆ ਕਰ। ਗੱਡ ਕੇ ਆਖੂ ਸਤਨਾਮ। ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ। ਚਿੱਤ ਲਾ ਕੇ ਵਿਸ਼ਵਾਸ ਰੱਖ ਕੇ ਭਾਵਨਾ ਨਾਲ ਪ੍ਰੇਮ ਨਾਲ ਸੇਵਾ ਸਿਮਰਨ ਦਾ ਲਾਹਾ ਲਿਆ ਕਰ। ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ। ਇਹ ਮਨ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਰੂਪੀ ਕੰਮ ਵਿੱਚ ਲਾਉਣਾ ਕਰ। ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ ਬਨ ਵਧੀਆਂ ਕਰ ਧਾਵਣੀ ਤਾਂ ਕੋ ਆਖੈ ਧਨ। ਪਾਤਸ਼ਾਹ ਕਹਿੰਦੇ ਨੇ ਬਨ ਵਧੀਆਂ ਕਰ ਧਾਵਣੀ। ਧਾਵਾ ਬੋਲਦੇ ਜਿਹੜੀਆਂ ਤੇਰੇ ਤੇ ਬੇਕਾਰ, ਤੇਰੇ ਤੇ ਹੈਵੀ ਹੁੰਦੇ ਨੇ, ਕਾਮ ਕ੍ਰੋਧ ਮੋਹ ਲੋਭ ਅਹੰਕਾਰ, ਜੋ ਤੇਰੇ ਤੇ ਵਾਰ ਕਰਦੇ ਨੇ ਕਹਿੰਦੇ ਉਹਨਾਂ ਤੇ ਧਾਵਾ ਬੋਲ, ਉਹਨਾਂ ਦਾ ਮੁਕਾਬਲਾ ਕਰ। ਜੇ ਲੜਾਈ ਕਰਨੀ ਤਾਂ ਇਹਨਾਂ ਬਕਾਰਾ ਨਾ ਕਰੋ। ਬੰਨ ਵਧੀਆਂ ਕਰ ਧਾਵਣੀ, ਇਹਨਾਂ ਨੂੰ ਬੰਨ ਮਾਰ। ਤਾਂ ਕੋ ਆਖੈ ਧਨ। ਫਿਰ ਤੈਨੂੰ ਕਹਾਂਗੇ ਤੂੰ ਧਨ ਆ। ਇਹ ਦੁਨੀਆ ਤੇ ਬੰਦਾ ਤਾਂ ਬੰਦੇ ਨਾਲ ਲੜ ਕੇ ਬਥੇਰਾ ਕੁਝ ਕਰੀ ਜਾਂਦਾ ਏ। ਬਿਨਾਂ ਟੱਕਾਂ ਤੋਂ ਦੁਨੀਆ ਛੱਬੀ ਬਣਾ ਕੇ ਕੈਦ ਕਰਾ ਦਿੰਦੀ ਹੈ। ਉਹਨੂੰ ਨਹੀਂ ਧਨ ਆਖਿਆ ਜਾਂਦਾ। ਧਨ ਤੇ ਆਖਿਆ ਜਾਂਦਾ ਏ ਜਿਨ੍ਹਾਂ ਨੇ ਪਰਮੇਸ਼ਰ ਦੇ ਆਪ ਜਪਿਆ ਤੇ ਪਰਮੇਸ਼ਰ ਦੇ ਚਰਨਾਂ ਨਾਲ ਸੰਸਾਰ ਨੂੰ ਜੁੜਿਆ, ਪਰਮੇਸ਼ਰ ਨੂੰ ਧਰਤੀ ਤੇ ਪ੍ਰਗਟ ਕੀਤਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਨਾਨਕ ਵੇਖ ਨਦਰ ਕਰ। ਫਿਰ ਤੈਨੂੰ ਅਰਦਾਸ ਵੀ ਨਹੀਂ ਕਰਨੀ ਪੈਣੀ। ਫਿਰ ਤਾਂ ਪਰਮੇਸ਼ਰ ਨੇ ਆਪ ਮਿਹਰ ਦੀ ਨਜ਼ਰ ਕਰਕੇ ਤੱਕਣਾ ਏ, ਤੇਰੇ ਤੇ ਮਿਹਰ ਦੀ ਨਜ਼ਰ ਪਾਉਣੀ ਏ। ਨਾਨਕ ਵੇਖੈ। ਨਾਨਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਵੇਖੈ। ਫਿਰ ਅਕਾਲ ਪੁਰਖ ਪਰਮੇਸ਼ਰ ਮਿਹਰ ਦੀ ਨਜ਼ਰ ਕਰਕੇ ਦੇਖਦਾ ਏ। ਤੇ ਜਦੋਂ ਮਿਹਰ ਦੀ ਨਜ਼ਰ ਪੈਂਦੀ ਏ ਨਾਨਕ ਵੇਖੈ ਨਦਰ ਕਰ ਚੜਾ ਚਵਗਣ ਵਾਨਾ। ਫਿਰ ਦੂਣਾ ਚੌਣਾ ਰੰਗ ਚੜ੍ਹਦਾ ਏ। ਮਾਫ਼ ਕਰਨਾ ਸਾਂ ਜਦੋਂ ਰੱਬ ਦੀ ਮਿਹਰ ਦੀ ਨਜ਼ਰ ਪੈ ਗਈ। ਇੱਥੇ ਤਾਂ ਮਾਫ਼ ਕਰਨਾ ਕਿਤੇ ਸੰਸਾਰ ਅੰਦਰ ਕੋਈ ਜਿਹਦੀ ਸੰਸਾਰ 'ਤੇ ਪਹੁੰਚੇ ਉਹਦੀ ਨਜ਼ਰ ਪੈ ਜਾਏ ਅਤੇ ਅੱਜ ਆਪਾਂ ਦੇਖਦੇ ਹਾਂ ਵੱਡੇ ਵੱਡੇ ਕਾਰਜ ਹੱਲ ਹੋ ਜਾਂਦੇ ਨੇ। ਅਤੇ ਇੱਥੇ ਤਾਂ ਸਤਿਗੁਰ ਦੀ ਮਿਹਰ ਐਸੀ ਆ, ਸੁਣੇ ਮੂੜ ਚਿੱਤ ਲਾਏ ਚਤੁਰਤਾ ਆ ਬਈ। ਜੇ ਕੋਈ ਮੂਰਖ ਸਤਿਗੁਰ ਦੇ ਚਰਨਾਂ ਵਿੱਚ ਆ ਜਾਂਦਾ ਏ, ਸਤਿਗੁਰੂ ਦੇ ਸਿਰ 'ਤੇ ਛੜੀ ਰੱਖ ਕੇ ਉਹਨੂੰ ਬ੍ਰਹਮ ਗਿਆਨ ਬਖਸ਼ ਦਿੰਦੇ ਨੇ। ਗੱਡ ਕੇ ਆਖੂ ਸਤਨਾਮ ਸ੍ਰੀ। ਇਸ ਲਈ ਸਾਧ ਸੰਗਤ ਜੀ ਅੱਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਏ। ਆਪਾਂ ਵੀ ਅੱਜ ਪਰਨ ਕਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਸਦਾ ਸਦਾ ਰੰਗ ਮਾਣ। ਇਸ ਲਈ ਸਾਧ ਸੰਗਤ ਜੀ ਸਤਿਗੁਰ ਦੇ ਵਚਨ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜੰਮ ਸੀ ਸੇ ਕਰ ਪਾਗਟ ਦੀ ਬਾਬਾ ਮਾਇਆ ਸਾਥ ਨਾ ਹੋਈ। ਇਨ ਮਾਇਆ ਜਗ ਮੋਇਆ ਬਿਰਲਾ ਬੂਝੇ ਕੋਈ ਰਾਗ ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਥ। ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸਨੋਂ ਰੱਖ ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਸ
ਸੁਣ ਸ਼ਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ, ਖਰਚ ਮਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੀ ਦੇਸ ਜਾਏ ਤਾਂ ਸੁਖ ਲੈ ਮਹਾਨ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਵਨ ਵਧੀਆਂ ਕਰ ਧਾਵਣੀ ਤਾਂ ਕੂ ਆਖੈ ਤਨ, ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਣ। ਸਾਧ ਸੰਗਤ ਜੀ, ਸਤਿਗੁਰ ਦੀ ਮਿਹਰ, ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਮੇਰਾਂ ਵਾਲਿਆ ਦਾਤਾ, ਮੇਰਾਂ ਦਾ ਮੀਂਹ ਬਰਸਾ ਦੇ, ਮੇਰਾਂ ਵਾਲਿਆ ਦਾਤਾ, ਮੇਰਾਂ ਦਾ ਮੀਂਹ ਵਰਸਾ ਦੇ। ਇਸ ਲਈ ਸਾਧ ਸੰਗਤ ਜੀ, ਅੱਡ ਕਰੋਨਾ ਮਹਾਂਮਾਰੀ ਅਰਦਾਸ ਕਰਦੇ ਹਾਂ, ਸਤਿਗੁਰੂ ਕਰ ਮਿਹਰ, ਮੇਰਾਂ ਦਾ ਮੀਂਹ ਬਰਸਾ ਦੇ। ਸਾਧ ਸੰਗਤ ਜੀ, ਜੀ ਜੰਤ ਸਭ ਸੁਖੀ ਵਸਾ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਪਰਮੇਸ਼ਰ ਕਰ ਕਿਰਪਾ, ਇਹ ਸੰਸਾਰ ਤੇ ਵਿਸ਼ਵ ਤੇ ਸੁਖ ਸ਼ਾਂਤੀ ਦਾ ਪ੍ਰਵੇਸ਼ ਕਰੋ, ਹੋਈਆਂ ਭੁੱਲਾਂ ਦੀ ਖਿਮਾ ਕਰੋ। ਸਾਧ ਸੰਗਤ ਜੀ, ਅਕਾਲ ਪੁਰਖ ਪਾਤਸ਼ਾਹ ਕਿਰਪਾ ਕਰਨੀ, ਹੋਈਆਂ ਭੁੱਲਾਂ ਦੀ ਖਿਮਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਦਾਸ ਜੀ, ਧੰਨ ਸਤਿਗੁਰੂ ਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ